ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਇੱਕ ਬਹੁਤ ਜ਼ਿਆਦਾ ਸੋਹਣੀ ਕਹਾਣੀ ਦੇ ਨਾਲ। ਉਮੀਦ ਹੈ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਕਹਾਣੀ ਸ਼ੁਰੂ ਕਰਦੇ ਹਾਂ ਜੀ। ਹਰਨਾਮ ਸਿੰਘ, ਵਿਆਹ ਤੇਰੇ ਮੁੰਡੇ ਦਾ ਹੈ ਤੇ ਤਿਆਰ ਤੂੰ ਹੋ ਰਿਹਾ ਹੈ। ਆਪਣੇ ਪਤੀ ਨੂੰ ਸ਼ੀਸ਼ੇ ਵਿੱਚ ਤਿਆਰ ਹੁੰਦੇ ਹੋਏ ਦੇਖ ਕੇ ਉਸ ਦੀ ਪਤਨੀ ਉਸ ਨੂੰ ਛੇੜਦੇ ਹੋਏ ਬੋਲੀ। ਕਹਿਣ ਲੱਗੀ ਤਾਂ ਹਰਨਾਮ ਸਿੰਘ ਕਹਿੰਦਾ, ਭਗਵਾਨੇ, ਵੈਸੇ ਵੀ ਲੋਕ ਮੈਨੂੰ ਬਲਰਾਜ ਦਾ ਵੱਡਾ ਭਰਾ ਹੀ ਸਮਝਦੇ ਨੇ। ਅੱਜ ਤੂੰ ਵੀ ਕਿਤੋਂ ਵਧੀਆ ਪਾਰਲਰ ਤੋਂ ਤਿਆਰ ਹੋ ਕੇ ਆ। ਅੱਜ ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਹੈ। ਹਰਨਾਮ ਸਿੰਘ ਹੱਸਦੇ ਹੋਏ ਕਹਿਣ ਲੱਗੇ। ਇਹਨਾਂ ਖੁਸ਼ੀ ਭਰੇ ਪਲਾਂ ਨੂੰ ਵੇਖਦੇ ਵੇਖਦੇ ਸਰਬਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਸੋਚਣ ਲੱਗੀ, ਕਿੰਨੇ ਜਿੰਦਾ ਦਿਲ ਇਨਸਾਨ ਸੀ ਹਰਨਾਮ ਸਿੰਘ ਜੀ। ਮੇਰਾ ਇਹ ਘਰ ਕਿੰਨਾ ਖੁਸ਼ਹਾਲ ਹੋਇਆ ਕਰਦਾ ਸੀ। ਅੱਜ ਪੂਰੇ 2 ਸਾਲ ਹੋ ਗਏ ਬਲਰਾਜ ਦੇ ਵਿਆਹ ਨੂੰ। ਇੱਕ ਦਿਨ ਉਹ ਵੀ ਸੀ ਤੇ ਇੱਕ ਅੱਜ ਦਾ ਹੈ। ਮੈਂ ਘਰ ਵਿੱਚ ਇਕੱਲੇ ਰਹਿ ਗਈ ਹਾਂ। ਅੱਜ ਤਾਂ ਇਹ ਇਕੱਲਾਪਣ ਮੈਨੂੰ ਖਾਣ ਨੂੰ ਆਉਂਦਾ ਹੈ। ਸਰਬਜੀਤ ਦਾ ਮੁੰਡਾ ਬਲਰਾਜ ਇੱਕ ਬਹੁਤ ਵੱਡੀ ਕੰਪਨੀ ਵਿੱਚ ਜੌਬ ਕਰਦਾ ਸੀ ਅਤੇ ਆਪਣੇ ਨਾਲ ਕੰਮ ਕਰਨ ਵਾਲੀ ਸੰਦੀਪ ਨੂੰ ਪਸੰਦ ਕਰਦਾ ਸੀ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਮਾਂ-ਬਾਪ ਨੇ ਬਿਨਾਂ ਵਿਰੋਧ ਕੀਤੇ ਆਪਣੇ ਮੁੰਡੇ ਦੇ ਵਿਆਹ ਨੂੰ, ਪਿਆਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਸਵੀਕਾਰ ਕਰ ਲਿਆ। ਇਕੱਲਾ ਮੁੰਡਾ ਜੋ ਸੀ ਉਹਨਾਂ ਦਾ, ਉਸ ਦੀ ਖੁਸ਼ੀ ਤੋਂ ਜ਼ਿਆਦਾ ਉਹ ਦੋਨੇ ਹੋਰ ਕੁਝ ਨਹੀਂ ਸੀ ਚਾਹੁੰਦੇ। ਸਰਬਜੀਤ, ਜਿਸ ਦੀ ਕੋਈ ਵੀ ਬੇਟੀ ਨਹੀਂ ਸੀ, ਆਪਣੀ ਨੂੰਹ ਨੂੰ ਬੇਟੀ ਦੀ ਤਰ੍ਹਾਂ ਪਿਆਰ ਕਰਦੀ ਸੀ, ਪਰ ਉਹਨਾਂ ਦੀ ਨੂੰਹ ਦੇ ਮਨ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ। ਉਹ ਕੇਵਲ ਆਪਣੇ ਪਤੀ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ, ਉਸ ਦੇ ਮਾਂ-ਬਾਪ ਦੇ ਨਾਲ ਨਹੀਂ, ਅਤੇ ਇਸ ਸ਼ਰਤ 'ਤੇ ਵਿਆਹ ਕਰਨ ਨੂੰ ਤਿਆਰ ਹੋਈ ਸੀ ਕਿ ਵਿਆਹ ਤੋਂ ਬਾਅਦ ਘਰ ਦਾ ਕੋਈ ਕੰਮ ਨਹੀਂ ਕਰੇਗੀ ਅਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਏਗੀ। ਇੱਧਰ ਬਲਰਾਜ ਨੇ ਵੀ ਉਸ ਨਾਲ ਵਾਅਦਾ ਕੀਤਾ ਸੀ ਕਿ ਵਿਆਹ ਦੇ ਬਾਅਦ ਸਭ ਉਸ ਦੀ ਮਰਜ਼ੀ ਦੇ ਅਨੁਸਾਰ ਹੋਏਗਾ। ਧੂਮ-ਧਾਮ ਨਾਲ ਉਹਨਾਂ ਨੇ ਵਿਆਹ ਆਪਣੇ ਮੁੰਡੇ ਦਾ ਕੀਤਾ। ਸਰਬਜੀਤ ਹਮੇਸ਼ਾ ਇਹੀ ਸੋਚਦੀ, ਕੋਸ਼ਿਸ਼ ਕਰਦੀ ਕਿ ਆਪਣੀ ਨੂੰਹ ਸੰਦੀਪ ਨੂੰ ਕਦੀ ਕੋਈ ਤਕਲੀਫ ਨਾ ਹੋਵੇ ਅਤੇ ਸੰਦੀਪ ਘਰ ਦੇ ਕੰਮਾਂ ਵਿੱਚ ਆਪਣੀ ਸੱਸ ਦਾ ਹੱਥ ਵਟਾਉਣ ਦੀ ਕਦੀ ਕੋਸ਼ਿਸ਼ ਨਾ ਕਰਦੀ। ਇਸ ਤਰ੍ਹਾਂ 2 ਮਹੀਨੇ ਦਾ ਸਮਾਂ ਬੀਤ ਗਿਆ। ਇੱਕ ਦਿਨ ਹਰਨਾਮ ਸਿੰਘ ਰਸੋਈ ਵਿੱਚ ਆਏ ਅਤੇ ਉਹਨਾਂ ਨੇ ਆਪਣੀ ਪਤਨੀ ਸਰਬਜੀਤ ਨੂੰ ਕੰਮ ਕਰਦੇ ਹੋਏ ਦੇਖਿਆ ਤਾਂ ਬੋਲੇ, ਇਹ ਕੀ ਸਰਬਜੀਤ, ਅੱਜ ਵੀ ਤੂੰ ਸਾਰਾ ਦਿਨ ਕੰਮ ਕਰਨ ਵਿੱਚ ਲੱਗੀ ਰਹਿੰਦੀ ਹੈ। ਰਾਤ ਨੂੰ ਤੇਰੇ ਗੋਡੇ ਦਰਦ ਕਰਦੇ ਨੇ। ਸੰਦੀਪ ਕਿੱਥੇ ਆ? ਇਹ ਕਹਿੰਦੇ ਹੋਏ ਉਸਨੇ ਆਪਣੇ ਮੁੰਡੇ ਬਲਰਾਜ ਨੂੰ ਆਵਾਜ਼ ਮਾਰੀ। ਬਲਰਾਜ ਬਾਹਰ ਆਇਆ ਤੇ ਹਰਨਾਮ ਸਿੰਘ ਨੇ ਬੜੀ ਗੰਭੀਰਤਾ ਨਾਲ ਕਿਹਾ, ਬੇਟਾ, 11 ਵੱਜ ਚੁੱਕੇ ਨੇ, ਤੁਸੀਂ ਅਜੇ ਤੱਕ ਸੁੱਤੇ ਪਏ ਹੋ। ਅੱਜ ਐਤਵਾਰ ਹੈ ਤਾਂ ਸੰਦੀਪ ਦਾ ਫਰਜ਼ ਨਹੀਂ ਬਣਦਾ ਕਿ ਉਹ ਤੇਰੀ ਮਾਂ ਨਾਲ ਕੋਈ ਕੰਮ ਵਿੱਚ ਮਦਦ ਕਰੇ। ਕਮ ਸੇ ਕਮ ਇੱਕ ਦਿਨ ਤਾਂ ਉਸ ਨੂੰ ਆਰਾਮ ਮਿਲਣਾ ਚਾਹੀਦਾ। ਮਾफ़ ਕਰਨਾ ਪਾਪਾ, ਦਰਅਸਲ ਪੂਰਾ ਹਫ਼ਤਾ ਕੰਮ ਕਰਦੇ ਕਰਦੇ ਅਸੀਂ ਥੱਕ ਜਾਂਦੇ ਹਾਂ, ਇਸ ਲਈ ਅੱਖ ਨਹੀਂ ਖੁੱਲ੍ਹਦੀ। ਠੀਕ ਹੈ, ਪਰ ਅੱਜ ਤੋਂ ਬਾਅਦ ਐਤਵਾਰ ਨੂੰ ਤੇਰੀ ਮਾਂ ਕੋਈ ਵੀ ਕੰਮ ਨਹੀਂ ਕਰਿਆ ਕਰੇਗੀ। ਸੰਦੀਪ ਨੂੰ ਕਹਿ ਕਿ ਉਹ ਘਰ ਦੇ ਕੰਮ ਕਰੇ। ਇਹ ਸਾਰੀ ਦੀਆਂ ਸਾਰੀਆਂ ਗੱਲਾਂ ਸੰਦੀਪ ਨੇ ਆਪਣੇ ਕਮਰੇ ਦੇ ਦਰਵਾਜ਼ੇ 'ਤੇ ਖੜ੍ਹ ਕੇ ਸੁਣ ਲਈਆਂ ਸੀ। ਜਦੋਂ ਬਲਰਾਜ ਅੰਦਰ ਆਇਆ ਤਾਂ ਸੰਦੀਪ ਬਹੁਤ ਗੁੱਸੇ ਵਿੱਚ ਸੀ। ਉਹ ਬਲਰਾਜ ਨੂੰ ਕਹਿਣ ਲੱਗੀ, ਮੈਂ ਵਿਆਹ ਤੋਂ ਪਹਿਲਾਂ ਹੀ ਤੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਂਗੀ। ਤੂੰ ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਚੁੱਪਚਾਪ ਕਿਉਂ ਖੜ੍ਹੇ ਰਹੇ? ਵਿਆਹ ਹੁੰਦੇ ਹੀ ਆਪਣੇ ਸਾਰੇ ਵਾਅਦੇ ਭੁੱਲ ਗਏ? ਨਹੀਂ ਨਹੀਂ ਸੰਦੀਪ, ਇਹੋ ਜਿਹੀ ਕੋਈ ਗੱਲ ਨਹੀਂ। ਅੱਜ ਪਾਪਾ ਬਹੁਤ ਗੁੱਸੇ ਵਿੱਚ ਸੀ, ਇਸ ਲਈ ਮੈਂ ਕੁਝ ਨਹੀਂ ਬੋਲ ਸਕਿਆ। ਅੱਛਾ, ਜਿਹੜੀ ਤੇਰੇ ਪਾਪਾ ਨੇ ਮੇਰੀ ਬੇਇੱਜ਼ਤੀ ਕੀਤੀ, ਉਸ ਦਾ ਕੀ? ਹੁਣ ਮੈਂ ਇਸ ਘਰ ਵਿੱਚ ਬਿਲਕੁਲ ਨਹੀਂ ਰਹਾਂਗੀ। ਕਹਿੰਦੇ ਹੋਏ ਸੰਦੀਪ ਰੋਂਦੀ ਰੋਂਦੀ ਆਪਣਾ ਬੈਗ ਪੈਕ ਕਰਨਾ ਸ਼ੁਰੂ ਕਰ ਦਿੱਤਾ। ਫਿਰ ਬਲਰਾਜ ਬੋਲਿਆ, ਸੰਦੀਪ, ਇਹ ਤੂੰ ਕੀ ਕਹਿ ਰਹੀ ਹੈ? ਤੂੰ ਜਾਣਦੀ ਹੈ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਪਰ ਬਲਰਾਜ, ਮੇਰਾ ਇਸ ਘਰ ਵਿੱਚ ਦਮ ਘੁੱਟਦਾ ਹੈ। ਇਸ ਘਰ ਵਿੱਚ ਮੈਂ ਕਦੇ ਨਹੀਂ ਰਹਾਂਗੀ। ਇਹ ਕਹਿੰਦੇ ਹੋਏ ਸੰਦੀਪ ਅਲੱਗ ਘਰ ਦੀ ਮੰਗ ਕਰ ਰਹੀ ਸੀ। ਬਲਰਾਜ ਨੇ ਸੰਦੀਪ ਦੀ ਗੱਲ ਮੰਨ ਲਈ ਅਤੇ ਅਲੱਗ ਘਰ ਵਿੱਚ ਰਹਿਣ ਲਈ ਤਿਆਰ ਹੋ ਗਿਆ। ਬਲਰਾਜ ਸੰਦੀਪ ਦੇ ਪਿਆਰ ਵਿੱਚ ਇਸ ਤਰ੍ਹਾਂ ਫਸ ਚੁੱਕਿਆ ਸੀ ਕਿ ਉਸ ਦੀ ਖਾਤਰ ਉਹ ਆਪਣੇ ਜਨਮ ਦੇਣ ਵਾਲੇ ਮਾਂ-ਬਾਪ ਨੂੰ ਛੱਡਣ ਲਈ ਤਿਆਰ ਹੋ ਗਿਆ ਸੀ। ਕੁਝ ਹੀ ਦਿਨਾਂ ਵਿੱਚ ਉਹਨਾਂ ਦੋਨਾਂ ਨੇ ਆਪਣਾ ਨਵਾਂ ਘਰ ਲੈ ਲਿਆ ਅਤੇ ਆਪਣੇ ਮੰਮੀ ਪਾਪਾ ਨੂੰ ਕਹਿ ਦਿੱਤਾ ਕਿ ਹੁਣ ਉਹ ਇਸ ਘਰ ਵਿੱਚ ਨਹੀਂ ਰਹਿਣਗੇ।
ਇਹ ਸੁਣ ਕੇ ਬਲਰਾਜ ਦੇ ਮੰਮੀ ਪਾਪਾ ਬਹੁਤ ਵੱਡਾ ਝਟਕਾ ਲੱਗਿਆ। ਸਰਬਜੀਤ ਕੌਰ ਬਹੁਤ ਰੋਈ। ਉਹਨਾਂ ਨੇ ਅੱਗੇ ਹੱਥ ਜੋੜੇ ਤੇ ਮਿੰਨਤਾਂ ਕੀਤੀਆਂ ਕਿ ਤੁਸੀਂ ਇਸ ਘਰ ਨੂੰ ਛੱਡ ਕੇ ਨਾ ਜਾਓ। ਅੱਗੇ ਤੋਂ ਸੰਦੀਪ ਨੂੰ ਕੋਈ ਕੁਝ ਨਹੀਂ ਕਹੇਗਾ ਤੇ ਸਾਰੇ ਕੰਮ ਮੈਂ ਖੁਦ ਕਰ ਲਿਆ ਕਰੂੰਗੀ, ਪਰ ਤੁਸੀਂ ਇਸ ਘਰ ਨੂੰ ਛੱਡ ਕੇ ਨਾ ਜਾਓ। ਪਰ ਸੰਦੀਪ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਾਡੀ ਖੁਸ਼ੀ ਇਸ ਘਰ ਵਿੱਚ ਨਹੀਂ ਹੈ। ਅਸੀਂ ਅਲੱਗ ਰਵਾਂਗੇ ਅਤੇ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੇ ਹਾਂ। ਨਾ ਪੁੱਤ। ਤੇ ਇਸ ਘਰ ਤੋਂ ਜਾਣ ਤੋਂ ਬਾਅਦ ਸਰਬਜੀਤ ਬਿਲਕੁਲ ਗੁੰਮਸੁੰਮ ਜਿਹੀ ਹੋ ਗਈ ਸੀ, ਪਰ ਫਿਰ ਵੀ ਉਸਨੂੰ ਆਪਣੇ ਪਤੀ ਹਰਨਾਮ ਸਿੰਘ ਦਾ ਸਾਥ ਸੀ। ਫਿਰ ਹੌਲੀ-ਹੌਲੀ ਜਿਵੇਂ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਸੀ। ਪਰ ਕੁਝ ਸਮੇਂ ਬਾਅਦ ਹਰਨਾਮ ਸਿੰਘ ਨੂੰ ਹਾਰਟ ਅਟੈਕ ਆ ਗਿਆ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਹੁਣ ਤਾਂ ਸਰਬਜੀਤ ਕੌਰ ਦੀ ਦੁਨੀਆ ਹਿੱਲ ਗਈ ਸੀ। ਨੂੰਹ ਅਤੇ ਮੁੰਡਾ ਕੇਵਲ ਰਸਮ ਰਿਵਾਜ ਪੂਰੇ ਕਰਨ ਲਈ ਆਏ ਅਤੇ ਉਸ ਤੋਂ ਬਾਅਦ ਆਪਣੇ ਘਰ ਵਾਪਸ ਚਲੇ ਗਏ। ਪਾਪਾ ਦੇ ਜਾਣ ਤੋਂ ਬਾਅਦ ਬਲਰਾਜ ਵਾਪਸ ਆਪਣੀ ਮਾਂ ਦੇ ਨਾਲ ਰਹਿਣਾ ਚਾਹੁੰਦਾ ਸੀ, ਪਰ ਉਸ ਦੀ ਪਤਨੀ ਸੰਦੀਪ ਇਸ ਗੱਲ ਲਈ ਬਿਲਕੁਲ ਵੀ ਰਾਜੀ ਨਹੀਂ ਸੀ। ਸਰਬਜੀਤ ਨੂੰ ਇਸ ਗੱਲ ਦਾ ਪਤਾ ਸੀ ਕਿ ਉਸ ਦਾ ਮੁੰਡਾ ਉਸ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ, ਪਰ ਉਸ ਨੂੰ ਪਤਾ ਸੀ ਕਿ ਸੰਦੀਪ ਇਸ ਗੱਲ ਲਈ ਕਦੇ ਵੀ ਰਾਜੀ ਨਹੀਂ ਹੋਵੇਗੀ। ਉਹ ਇੰਨਾ ਹੀ ਕਹਿ ਕੇ ਚਲਾ ਗਿਆ ਕਿ ਮਾਂ, ਮੈਂ ਹਰ ਮਹੀਨੇ ਤੈਨੂੰ ਪੈਸੇ ਭੇਜਦਾ ਰਹੂੰਗਾ। ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦੇਵੀਂ। ਆਪਣੀ ਪਤਨੀ ਦੇ ਕਹਿਣ 'ਤੇ ਬਲਰਾਜ ਆਪਣੇ ਮਾਂ-ਬਾਪ ਤੋਂ ਅਲੱਗ ਹੋ ਗਿਆ, ਪਰ ਸੰਦੀਪ ਦੇ ਮਾਪਿਓ ਆਪਣੀ ਧੀ ਜਵਾਈ ਦੇ ਘਰ ਵਿੱਚ ਹੀ ਰਹਿੰਦੇ ਸੀ। ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਤੇ ਜਦੋਂ ਬਲਰਾਜ ਦੇ ਮੁੰਡਾ ਹੋਇਆ ਤਾਂ ਬਲਰਾਜ ਨੇ ਆਪਣੀ ਮਾਂ ਨੂੰ ਫੋਨ ਕਰਕੇ ਇਹ ਖੁਸ਼ਖਬਰੀ ਜ਼ਰੂਰ ਦੇ ਦਿੱਤੀ ਸੀ, ਜਿਸ ਨੂੰ ਸੁਣ ਕੇ ਸਰਬਜੀਤ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਉਸੇ ਹੀ ਟਾਈਮ ਉਹਨਾਂ ਦੇ ਕੋਲ ਆਪਣੇ ਪੋਤਰੇ ਨੂੰ ਮਿਲਣ ਹਸਪਤਾਲ ਚਲੀ ਗਈ। ਜਾ ਕੇ ਦੇਖਿਆ ਤਾਂ ਉੱਥੇ ਸੰਦੀਪ ਦੀ ਮਾਂ ਪਹਿਲਾਂ ਹੀ ਮੁੰਡੇ ਨੂੰ ਗੋਦ ਵਿੱਚ ਲੈ ਕੇ ਬੈਠੀ ਸੀ। ਪਹਿਲਾਂ ਤਾਂ ਉਸ ਨੂੰ ਦੇਖ ਕੇ ਸਰਬਜੀਤ ਕੌਰ ਦੇ ਦਿਲ ਨੂੰ ਬਹੁਤ ਠੇਸ ਲੱਗੀ, ਪਰ ਫਿਰ ਉਸਨੇ ਸੋਚਿਆ, ਚਲੋ ਕਮ ਸੇ ਕਮ ਇਸ ਖੁਸ਼ੀ ਦੇ ਮੌਕੇ 'ਤੇ ਅਸੀਂ ਤੇ ਮੈਨੂੰ ਯਾਦ ਤਾਂ ਕੀਤਾ। ਮਾਂ ਤੂੰ ਆ ਗਈ? ਬਲਰਾਜ ਨੇ ਪੁੱਛਦੇ ਹੋਏ ਕਿਹਾ ਤਾਂ ਸਰਬਜੀਤ ਦੇ ਚਿਹਰੇ 'ਤੇ ਖੁਸ਼ੀ ਆ ਗਈ ਅਤੇ ਉਹ ਕਹਿਣ ਲੱਗੀ ਕਿ ਹੋਰ ਨਾ ਆਉਂਦੀ ਮੈਂ ਆਪਣੇ ਪੋਤਰੇ ਨੂੰ ਵੇਖਣ। ਆਖਿਰ ਹੈ ਤਾਂ ਮੇਰਾ ਪੁੱਤ ਦਾ ਵੰਸ਼ ਪੁੱਤ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਇਸ ਦਾ ਮੈਂ ਬਹੁਤ ਖਿਆਲ ਰੱਖਾਂਗੀ। ਇਹ ਕਹਿੰਦੇ ਹੋਏ ਸਰਬਜੀਤ ਆਪਣੇ ਪੋਤਰੇ ਨੂੰ ਗੋਦ ਵਿੱਚ ਲੈਣ ਲਈ ਜਿਵੇਂ ਹੀ ਅੱਗੇ ਹੱਥ ਵਧਾਇਆ ਤਾਂ ਸੰਦੀਪ ਦੀ ਮਾਂ ਨੇ ਕਿਹਾ, ਹੁਣ ਇਹ ਸੌਂ ਗਿਆ ਹੈ, ਮੈਂ ਉਸ ਨੂੰ ਝੂਲੇ ਵਿੱਚ ਪਾ ਦਿੰਨੀ ਆ, ਜਦੋਂ ਉੱਠੇਗਾ ਤੁਸੀਂ ਫਿਰ ਚੁੱਕ ਲਿਓ। ਇਹ ਸੁਣਦੇ ਹੋਏ ਸਰਬਜੀਤ ਦੇ ਚਿਹਰੇ ਦੀ ਮੁਸਕਰਾਹਟ ਫਿੱਕੀ ਪੈ ਗਈ, ਪਰ ਕਾਫੀ ਦੇਰ ਤੱਕ ਉਹ ਝੂਲੇ ਵਿੱਚ ਸੁੱਤੇ ਹੋਏ ਆਪਣੇ ਪੋਤਰੇ ਨੂੰ ਵੇਖਦੀ ਰਹੀ। ਸੁੱਤਾ ਹੋਇਆ ਉਹ ਕਿੰਨਾ ਪਿਆਰਾ ਲੱਗ ਰਿਹਾ ਸੀ। ਇੰਨਾ ਜ਼ਿਆਦਾ ਵੀ ਨਾ ਦੇਖੋ, ਨਜ਼ਰ ਲੱਗ ਜਾਏਗੀ ਭੈਣ ਜੀ, ਸੰਦੀਪ ਦੀ ਮਾਂ ਨੇ ਕਿਹਾ। ਮਾਂ ਮੈਂ ਤੈਨੂੰ ਘਰ ਛੱਡ ਆਉਂਦਾ ਹਾਂ। ਨਹੀਂ, ਮੈਂ ਹੁਣੇ ਘਰ ਨਹੀਂ ਜਾਵਾਂਗੀ, ਮੈਂ ਆਪਣੇ ਪੋਤਰੇ ਦਾ ਖਿਆਲ ਰੱਖਣਾ ਚਾਹੁੰਦੀ ਹਾਂ। ਖਿਆਲ ਰੱਖਾਂਗੀ ਤਾਂ ਸੰਦੀਪ ਬੋਲੀ, ਮੇਰੇ ਬੱਚੇ ਦਾ ਖਿਆਲ ਰੱਖਣ ਲਈ ਮੇਰੀ ਮਾਂ ਇੱਥੇ ਹੈਗੀ ਆ, ਇਸ ਲਈ ਇੱਥੇ ਜ਼ਿਆਦਾ ਭੀੜ ਕਰਨ ਦਾ ਕੋਈ ਫਾਇਦਾ ਨਹੀਂ। ਇਹ ਗੱਲ ਸੁਣਦੇ ਹੀ ਸਰਬਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਜਲਦੀ ਨਾਲ ਉੱਠ ਕੇ ਹਸਪਤਾਲ 'ਚੋਂ ਬਾਹਰ ਚਲੀ ਗਈ। ਘਰ ਪਹੁੰਚ ਕੇ ਉਹ ਕਾਫੀ ਦੇਰ ਤੱਕ ਰੋਂਦੀ ਰਹੀ, ਪਰ ਉਸ ਦਾ ਆਪਣੇ ਪੋਤਰੇ ਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ। ਇਸ ਲਈ ਆਪਣੇ ਮੁੰਡੇ ਦੀ ਪੁਰਾਣੀ ਐਲਬਮ ਚੁੱਕ ਕੇ ਬੈਠ ਗਈ ਅਤੇ ਉਸ ਵਿੱਚ ਬਲਰਾਜ ਨੂੰ ਦੇਖ ਕੇ ਸੋਚਣ ਲੱਗੀ ਕਿ ਮੇਰਾ ਪੋਤਾ ਵੀ ਇਹੋ ਜਿਹਾ ਹੀ ਦਿਖਦਾ ਹੈ। ਹੁਣ ਬਲਰਾਜ ਦਾ ਮੁੰਡਾ 1 ਸਾਲ ਦਾ ਹੋ ਚੁੱਕਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਬਲਰਾਜ ਕਦੀ-ਕਦੀ ਆਪਣੀ ਮਾਂ ਨੂੰ ਮਿਲ ਜਾਂਦਾ ਸੀ, ਪਰ ਆਪਣੇ ਮੁੰਡੇ ਦੇ ਜਨਮ ਤੋਂ ਬਾਅਦ ਉਸਨੇ ਆਪਣੇ ਮਾਂ ਦੇ ਘਰ ਆਉਣਾ ਛੱਡ ਦਿੱਤਾ ਤੇ ਸਰਬਜੀਤ ਆਪਣੇ ਪੁੱਤ ਨੂੰ ਮਿਲਣ ਲਈ ਤਰਸਦੀ ਰਹਿੰਦੀ। ਇੱਕ ਦਿਨ ਉਸਦਾ ਦਿਲ ਕੀਤਾ ਕਿ ਉਹ ਆਪਣੇ ਮੁੰਡੇ ਨੂੰ ਬਲਰਾਜ ਨੂੰ ਕਹੇ ਕਿ ਤੂੰ ਮੈਨੂੰ ਮਿਲ ਕੇ ਜਾ, ਪਰ ਫਿਰ ਉਸਨੂੰ ਆਪਣੇ ਨੂੰਹ ਦੀਆਂ ਕਈਆਂ ਗੱਲਾਂ ਯਾਦ ਆ ਗਈਆਂ। ਇੱਕ ਵਾਰ ਉਸਨੇ ਆਪਣੇ ਮੁੰਡੇ ਨਾਲ ਗੱਲ ਕਰਨ ਲਈ ਫੋਨ ਲਗਾਇਆ ਤਾਂ ਉਸਦੀ ਨੂੰਹ ਸੰਦੀਪ ਫੋਨ ਚੁੱਕਦੇ ਹੋਏ ਹੀ ਬੋਲੀ, ਮੰਮੀ ਤੁਸੀਂ ਸਾਨੂੰ ਵਾਰ-ਵਾਰ ਫੋਨ ਕਰਕੇ ਡਿਸਟਰਬ ਕਿਉਂ ਕਰਦੇ ਹੋ? ਹਰ ਮਹੀਨੇ ਪੈਸੇ ਤਾਂ ਤੁਹਾਨੂੰ ਮਿਲ ਹੀ ਜਾਂਦੇ ਆ, ਬਲਰਾਜ ਤੁਹਾਨੂੰ ਭੇਜਦਾ ਤਾਂ ਹੈ, ਫਿਰ ਵੀ ਤੁਸੀਂ ਫੋਨ ਕਰਕੇ ਕਿਉਂ ਪਰੇਸ਼ਾਨ ਕਰਦੇ ਰਹਿੰਦੇ ਹੋ? ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਤੇ ਉਸ ਤੋਂ ਬਾਅਦ ਸਰਬਜੀਤ ਦੀ ਹਿੰਮਤ ਨਾ ਹੋਈ
ਕਿ ਉਹ ਆਪਣੇ ਮੁੰਡੇ ਨੂੰ ਫੋਨ ਕਰਕੇ ਕੁਝ ਕਹਿ ਸਕੇ। ਪਤੀ ਦੀ ਮੌਤ ਤੋਂ ਬਾਅਦ ਸਰਬਜੀਤ ਨੇ ਆਪਣੇ ਘਰ ਦੀ ਪਹਿਲੀ ਮੰਜ਼ਿਲ ਨੂੰ ਕਿਰਾਏ 'ਤੇ ਦੇ ਦਿੱਤਾ ਅਤੇ ਉਸ ਦੀ ਕਿਰਾਏਦਾਰ ਅਮਨ ਸਰਬਜੀਤ ਦੇ ਨਾਲ ਕਾਫੀ ਘੁਲ ਮਿਲ ਗਈ ਸੀ। ਅਮਨ ਸਰਬਜੀਤ ਕੌਰ ਦੀ ਉਦਾਸੀ ਦਾ ਕਾਰਨ ਭਲੀ ਭਾਂਤ ਜਾਣਦੀ ਸੀ, ਇਸ ਲਈ ਸਵੇਰ ਦਾ ਕੰਮ ਨਿਪਟਾਉਣ ਤੋਂ ਬਾਅਦ ਥੋੜ੍ਹੀ ਦੇਰ ਲਈ ਸਰਬਜੀਤ ਕੌਰ ਨੂੰ ਮਿਲ ਜ਼ਰੂਰ ਜਾਂਦੀ। ਅੰਦਰ ਆਉਂਦੇ ਹੀ ਅਮਨ ਦਾ ਮੁੰਡਾ ਭੱਜ ਕੇ ਸਰਬਜੀਤ ਦੇ ਕੋਲ ਆਉਂਦਾ ਹੈ ਅਤੇ ਸਰਬਜੀਤ ਉਸ ਨੂੰ ਬੜੇ ਪਿਆਰ ਨਾਲ ਚੁੱਕ ਲੈਂਦੀ ਹੈ ਅਤੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਣ ਲੱਗ ਜਾਂਦੀ ਹੈ। ਅਮਨ ਦੇਖ ਕੇ ਕਹਿੰਦੀ ਹੈ ਕਿ ਆਂਟੀ ਤੁਸੀਂ ਫਿਰ ਉਦਾਸ ਹੋ ਗਏ, ਇਹ ਤਾਂ ਨਹੀਂ ਚੱਲੇਗਾ। ਮੰਨਿਆ ਕਿ ਕੁਝ ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਬਹੁਤ ਖਾਸ ਹੁੰਦੇ ਆ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਜਿਉਣਾ ਛੱਡ ਦਈਏ। ਮੈਂ ਜਾਣਦੀ ਹਾਂ ਬੇਟਾ, ਆਂਟੀ ਤੁਸੀਂ ਬੈਠੇ ਬੈਠੇ ਦਿਮਾਗ ਵਿੱਚ ਜ਼ਿਆਦਾ ਹੀ ਸੋਚਣ ਲੱਗ ਜਾਂਦੇ ਹੋ। ਆਂਟੀ ਮੇਰੀ ਗੱਲ ਮੰਨੋ ਅਤੇ ਤੁਸੀਂ ਆਪਣੇ ਆਪ ਨੂੰ ਬਿਜੀ ਰੱਖਣਾ ਸ਼ੁਰੂ ਕਰ ਦਿਓ। ਤੁਸੀਂ ਉਹ ਕੰਮ ਕਰੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ। ਅਮਨ ਦੀ ਇਹ ਗੱਲ ਸੁਣਦੇ ਸਰਬਜੀਤ ਕੁਝ ਸੋਚਾਂ ਵਿੱਚ ਪੈ ਗਈ ਤਾਂ ਅਮਨ ਬੋਲੀ, ਆਂਟੀ ਇੱਕ ਗੱਲ ਦੱਸੋ ਕਿ ਇੱਥੇ ਆਸ-ਪਾਸ ਕੋਈ ਡੀ ਕੇਅਰ ਹੈ ਜਿੱਥੇ ਮੈਂ ਆਪਣੇ ਮਨੂ ਆਪਣੀ ਨੌਕਰੀ ਦੌਰਾਨ ਛੱਡ ਕੇ ਜਾ ਸਕਾਂ। ਦਰਅਸਲ ਮੈਂ ਸੋਚ ਰਹੀ ਸੀ ਕਿ ਫਿਰ ਤੋਂ ਨੌਕਰੀ ਜੁਆਇਨ ਕਰ ਲਵਾਂ, ਪਰ ਮਨੂ ਨੂੰ ਛੱਡ ਕੇ ਤਾਂ ਨਹੀਂ ਜਾ ਸਕਦੀ। ਇਸ 'ਤੇ ਸਰਬਜੀਤ ਕੌਰ ਬੋਲੀ, ਬੇਟਾ ਇਸ ਟੈਨਸ਼ਨ ਦੀ ਕਿਹੜੀ ਗੱਲ ਹੈ, ਤੂੰ ਮਨੂ ਨੂੰ ਮੇਰੇ ਕੋਲ ਛੱਡ ਦਿਆ ਕਰ, ਮੇਰਾ ਵੀ ਦਿਲ ਲੱਗਿਆ ਰਹੇਗਾ। ਵੈਸੇ ਵੀ ਮੈਨੂੰ ਛੋਟੇ ਬੱਚਿਆਂ ਨਾਲ ਰਹਿਣਾ ਬਹੁਤ ਪਸੰਦ ਹੈ। ਇਹ ਕਹਿੰਦੇ ਹੋਏ ਉਸ ਨੂੰ ਆਪਣੇ ਪੋਤੇ ਦੀ ਯਾਦ ਆ ਗਈ ਅਤੇ ਅੱਖਾਂ ਵਿੱਚ ਹੰਝੂ ਫਿਰ ਆ ਗਏ। ਅਮਨ ਬੋਲੀ, ਆਂਟੀ ਜੇ ਇਹ ਗੱਲ ਹੈ ਤਾਂ ਤੁਸੀਂ ਘਰ ਵਿੱਚ ਹੀ ਡੀ ਕੇਅਰ ਕਿਉਂ ਨਹੀਂ ਖੋਲ੍ਹ ਲੈਂਦੇ, ਤੁਹਾਡਾ ਦਿਲ ਵੀ ਲੱਗਿਆ ਰਹੇਗਾ ਅਤੇ ਫਜ਼ੂਲ ਦੀਆਂ ਗੱਲਾਂ ਵੀ ਦਿਮਾਗ ਵਿੱਚ ਨਹੀਂ ਆਉਣਗੀਆਂ। ਅਮਨ ਦੀ ਗੱਲ ਸੁਣਦੇ ਹੀ ਸਰਬਜੀਤ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਆ ਗਈ ਅਤੇ ਬੋਲੀ, ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ। ਪਰ ਕੀ ਆਂਟੀ? ਅਮਨ ਨੇ ਪੁੱਛਿਆ ਤਾਂ ਸਰਬਜੀਤ ਬੋਲੀ, ਬੇਟਾ ਇਸ ਉਮਰ ਵਿੱਚ ਕੋਈ ਕੰਮ ਸ਼ੁਰੂ ਕਰਨਾ ਆਸਾਨ ਨਹੀਂ ਹੁੰਦਾ। ਆਂਟੀ ਉਮਰ ਇੱਕ ਗਿਣਤੀ ਤੋਂ ਜ਼ਿਆਦਾ ਕੁਝ ਨਹੀਂ, ਬਸ ਜਿਉਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਸਮਝਾਉਣਾ ਛੱਡ ਦਿਓ ਅਤੇ ਬਹੁਤ ਜ਼ਿੰਦਗੀ ਬਾਕੀ ਹੈ। ਬਲਕਿ ਮੈਂ ਤਾਂ ਕਹਿੰਦੀ ਹਾਂ ਕਿ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੀ ਹੋ ਜਾਣੀ ਚਾਹੀਦੀ ਹੈ ਅਤੇ ਨਵੇਂ ਸਾਲ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂਪਨ ਲਿਆਉਣਾ ਚਾਹੀਦਾ ਹੈ। ਅਮਨ ਦੀਆਂ ਗੱਲਾਂ ਸੁਣ ਕੇ ਸਰਬਜੀਤ ਵਿੱਚ ਨਵੀਂ ਊਰਜਾ ਪੈਦਾ ਹੋ ਗਈ। ਫਿਰ ਅਮਨ ਬੋਲੀ, ਅੱਛਾ ਆਂਟੀ ਨਵੇਂ ਸਾਲ ਤੋਂ ਯਾਦ ਆਇਆ ਕਿ ਕਿਉਂ ਨਾ ਕੱਲ੍ਹ ਸ਼ਾਮ ਨੂੰ ਅਸੀਂ ਨਿਊ ਈਅਰ ਪਾਰਟੀ ਮਨਾਉਣ ਚੱਲੀਏ। ਮੇਰੇ ਘਰ ਵਾਲਾ ਤਾਂ ਆਪਣੇ ਕੰਮ ਕਰਕੇ ਬਾਹਰ ਗਿਆ ਹੋਇਆ, ਪਰ ਅਸੀਂ ਤਾਂ ਨਿਊ ਈਅਰ ਸੈਲੀਬ੍ਰੇਟ ਕਰ ਹੀ ਸਕਦੇ ਹਾਂ ਨਾ। ਸ਼ਾਮ ਨੂੰ ਡਿਨਰ ਬਾਹਰ ਤੋਂ ਮੰਗਵਾਵਾਂਗੇ ਅਤੇ ਟੀਵੀ 'ਤੇ ਵਧੀਆ ਤੋਂ ਵਧੀਆ ਫਿਲਮ ਦੇਖਾਂਗੇ, ਨਵੇਂ ਸਾਲ ਦਾ ਸਵਾਗਤ ਕਰਾਂਗੇ। ਅਮਨ ਨੇ ਆਪਣੇ ਪਨ ਨਾਲ ਕਿਹਾ ਤਾਂ ਸਰਬਜੀਤ ਕੌਰ ਨਾ ਕਰ ਸਕੀ ਅਤੇ ਇੱਧਰ ਬਲਰਾਜ ਦੇ ਦੋਸਤ ਨੇ ਵੀ ਆਪਣੇ ਘਰ ਇੱਕ ਛੋਟੀ ਜਿਹੀ ਡਿਨਰ ਪਾਰਟੀ ਰੱਖੀ ਸੀ। ਬਲਰਾਜ ਤੇ ਸੰਦੀਪ ਨੂੰ ਵੀ ਬੁਲਾਇਆ। ਆਪਣੇ ਬੇਟੇ ਨੂੰ ਨਾਨਾ ਨਾਨੀ ਦੇ ਕੋਲ ਛੱਡ ਕੇ ਦੋਨੇ ਪਾਰਟੀ 'ਤੇ ਚਲੇ ਗਏ, ਪਰ ਆਪਣੇ ਦੋਸਤ ਦੇ ਘਰ ਜਾਣ ਤੋਂ ਬਾਅਦ ਬਲਰਾਜ ਨੇ ਕੁਝ ਦੇਖਿਆ ਤਾਂ ਉਸ ਦੀ ਹੈਰਾਨੀ ਦਾ ਕੋਈ ਅੰਤ ਨਾ ਰਿਹਾ। ਆਪਣੇ ਮਾਤਾ ਪਿਤਾ ਦਾ ਚਿਹਰਾ ਉਸ ਦੇ ਸਾਹਮਣੇ ਆ ਗਿਆ। ਦਿਮਾਗ ਵਿੱਚ ਬਹੁਤ ਵਿਚਾਰ ਚੱਲ ਰਹੇ ਸੀ। ਸਾਰੀ ਰਾਤ ਜਾਗਦੇ ਹੋਏ ਹੀ ਬੀਤ ਗਈ। ਅਗਲੀ ਦਿਨ ਸੁਬਾਹ ਹੋਈ। ਜਦੋਂ ਸੰਦੀਪ ਨੂੰ ਜਾਗ ਆਈ ਤਾਂ ਬਲਰਾਜ ਨੇ ਸੰਦੀਪ ਨੂੰ ਕਿਹਾ, ਹੁਣ ਤਾਂ ਗੁਰਜੋਤ 1 ਸਾਲ ਦਾ ਹੋਣ ਵਾਲਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਤੈਨੂੰ ਵੀ ਨੌਕਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ। ਦੇਖ, ਕਮਾਉਣ ਵਾਲਾ ਕੇਵਲ ਇਕੱਲਾ ਮੈਂ ਹੀ ਹਾਂ ਅਤੇ ਖਾਣ ਵਾਲੇ ਇੰਨੇ ਲੋਕ। ਮੇਰੇ ਇਕੱਲੇ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਤਾਂ ਸੰਦੀਪ ਬੋਲੀ, ਬਲਰਾਜ ਜੇ ਖਰਚ ਜ਼ਿਆਦਾ ਹੋ ਗਿਆ ਹੈ ਤਾਂ ਆਪਣੀ ਮਾਂ ਨੂੰ ਪੈਸੇ ਭੇਜਣੇ ਬੰਦ ਕਰ ਦੇ। ਵੈਸੇ ਵੀ ਹਰ ਮਹੀਨੇ ਤੋਂ ਇੰਨੇ ਪੈਸੇ ਭੇਜਦਾ ਹੈ, ਕਿਤੇ ਥੋੜ੍ਹੇ ਨਾ ਹੋ ਜਾਣ। 1-2 ਮਹੀਨੇ ਨਹੀਂ ਵੀ ਭੇਜਾਂਗੇ ਤਾਂ ਗੁਜ਼ਾਰਾ ਆਰਾਮ ਨਾਲ ਹੋ ਸਕਦਾ ਹੈ। ਇਹ ਗੱਲ ਸੁਣਦੇ ਬਲਰਾਜ ਨੇ ਕਿਹਾ, ਇਹ ਗੱਲ ਤੂੰ ਬਹੁਤ ਵਧੀਆ ਕੀਤੀ। ਤੇਰਾ ਖਰਚਾ ਵੀ ਮੈਂ ਚੁੱਕਾਂ ਅਤੇ ਤੇਰੇ ਮਾਂ-ਬਾਪ ਨੂੰ ਵੀ ਮੈਂ ਹੀ ਪਾਲਾਂ ਅਤੇ ਆਪਣੀ ਮਾਂ ਨੂੰ ਜੋ ਮੈਂ ਥੋੜ੍ਹੇ ਬਹੁਤੇ ਪੈਸੇ ਭੇਜਦਾ ਹਾਂ ਉਹ ਪੈਸੇ ਭੇਜਣੇ ਵੀ ਬੰਦ ਕਰਦਾ। ਇੰਨੀ ਗੱਲ ਸੁਣਦੇ ਹੀ ਸੰਦੀਪ ਨੂੰ ਜਿਵੇਂ ਅੱਗ ਲੱਗ ਗਈ ਅਤੇ ਉਹ ਬੋਲੀ, ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਮੇਰੀ ਮੰਮੀ ਪਾਪਾ ਤੇਰੇ ਉੱਤੇ ਬੋਝ ਆ?
ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਸੰਦੀਪ, ਪਰ ਇੰਨਾ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਕੁੜੀ ਦੇ ਘਰ ਵਿੱਚ ਕਦੋਂ ਤੱਕ ਰਹਿਣਗੇ। ਆਖਿਰ ਸਾਡੀ ਵੀ ਕੋਈ ਆਪਣੀ ਜ਼ਿੰਦਗੀ ਹੈ। ਬਲਰਾਜ ਇਹ ਗੱਲਾਂ ਉਸਦੇ ਸਹੁਰੇ ਦੇ ਕੰਨਾਂ ਵਿੱਚ ਪੈ ਰਹੀਆਂ ਸੀ ਅਤੇ ਮਾਂ-ਬਾਪ ਦੇ ਬਾਰੇ ਇੰਨਾ ਸੁਣਦੇ ਹੀ ਸੰਦੀਪ ਨੂੰ ਬਹੁਤ ਗੁੱਸਾ ਆ ਗਿਆ ਤੇ ਬੋਲੀ, ਬਲਰਾਜ, ਜੇ ਤੂੰ ਕਹਿੰਦਾ ਹੈ ਤਾਂ ਮੈਂ ਨੌਕਰੀ ਕਰਨਾ ਸ਼ੁਰੂ ਕਰ ਦਿੰਦੀ ਹਾਂ, ਪਰ ਮੇਰੇ ਮੰਮੀ ਪਾਪਾ ਇੱਥੇ ਕਿਤੋਂ ਨਹੀਂ ਜਾਣਗੇ। ਆਖਿਰ ਉਹਨਾਂ ਦਾ ਮੇਰੇ ਇਲਾਵਾ ਹੈ ਹੀ ਕੌਣ। ਸਵੇਰੇ ਸਵੇਰੇ ਇੰਨੀ ਜ਼ਿਆਦਾ ਬਹਿਸ ਤੋਂ ਬਾਅਦ ਬਲਰਾਜ ਬਿਨਾਂ ਖਾਣਾ ਖਾਧੇ ਹੀ ਤਿਆਰ ਹੋ ਕੇ ਆਫਿਸ ਚਲਾ ਗਿਆ। ਆਫਿਸ ਦੇ ਕੰਮ ਵਿੱਚ ਬਲਰਾਜ ਦਾ ਮਨ ਨਹੀਂ ਲੱਗ ਰਿਹਾ ਸੀ ਤਾਂ ਲੰਚ ਟਾਈਮ ਸਾਰੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸੀ, ਪਰ ਬਲਰਾਜ ਹੁਣ ਵੀ ਅਲੱਗ-ਅਲੱਗ ਗੁੰਮਸੁੰਮ ਬੈਠਾ ਸੀ। ਉਸ ਦੀ ਹਾਲਤ ਇਹ ਦੇਖ ਕੇ ਉਸਦੇ ਦੋਸਤ ਵਰਿੰਦਰ ਉਸਦੇ ਕੋਲ ਆਇਆ ਅਤੇ ਬੋਲਿਆ, ਬਲਰਾਜ, ਤੂੰ ਖਾਣਾ ਨਹੀਂ ਲਿਆਇਆ? ਤਾਂ ਬਲਰਾਜ ਬੋਲਿਆ, ਵਰਿੰਦਰ, ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਵਰਿੰਦਰ ਉਸਦੇ ਕੋਲ ਬੈਠਿਆ ਤਾਂ ਬਲਰਾਜ ਬੋਲਿਆ, ਕੱਲ੍ਹ ਜਦੋਂ ਮੈਂ ਤੇਰੇ ਘਰ ਗਿਆ ਸੀ ਤਾਂ ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਿਆ ਸੀ ਕਿ ਤੁਸੀਂ ਲੋਕ ਆਪਣੇ ਮਾਤਾ ਪਿਤਾ ਦਾ ਕਿੰਨਾ ਖਿਆਲ ਰੱਖਦੇ ਹੋ। ਤੇਰੇ ਮਨ ਵਿੱਚ ਆਪਣੀ ਮਾਂ ਲਈ ਕਿੰਨੀ ਇੱਜ਼ਤ ਹੈ, ਮਾਂ-ਬਾਪ ਲਈ ਕਿੰਨੀ ਇੱਜ਼ਤ ਹੈ, ਅਤੇ ਇੰਨੇ ਮਹਿਮਾਨ ਹੋਣ ਦੇ ਬਾਵਜੂਦ ਵੀ ਭਾਬੀ ਜੀ ਤੇਰੇ ਮੰਮੀ ਪਾਪਾ ਨੂੰ ਦਵਾਈਆਂ ਦੇਣ ਦਾ ਪੂਰਾ ਧਿਆਨ ਰੱਖ ਰਹੀ ਸੀ, ਤੇ ਬਾਕੀ ਇੱਥੇ ਤਾਂ ਲੋਕ ਆਪਣੇ ਮਾਂ-ਬਾਪ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਹੀ ਭੁੱਲ ਜਾਂਦੇ ਨੇ। ਤੂੰ ਆਪਣੇ ਘਰ ਵਿੱਚ ਆਪਣੀ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਦੋਸਤਾਂ ਦੇ ਨਾਲ ਨਿਊ ਈਅਰ ਪਾਰਟੀ ਸੈਲੀਬ੍ਰੇਟ ਕੀਤੀ। ਸੱਚ ਕਹਾਂ ਤਾਂ ਜਦੋਂ ਦਾ ਮੈਂ ਤੇਰੇ ਘਰੋਂ ਵਾਪਸ ਆਇਆ ਮੈਨੂੰ ਖੁਦ 'ਤੇ ਸ਼ਰਮ ਆ ਰਹੀ ਹੈ। ਆਪਣੀ ਪਤਨੀ ਦੀ ਅਲੱਗ ਰਹਿਣ ਦੀ ਜਿੱਦ ਕਰਕੇ ਮੈਂ ਆਪਣੇ ਮਾਂ-ਬਾਪ ਨੂੰ ਛੱਡ ਬੈਠਾ ਹਾਂ। ਪਾਪਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਇਕੱਲੀ ਰਹਿ ਗਈ ਹੈ। ਮੇਰੇ ਸੱਸ ਸਹੁਰਾ ਆਪਣੇ ਮੁੰਡੇ ਨੂੰ ਛੱਡ ਕੇ ਮੇਰੇ ਘਰ ਵਿੱਚ ਰਹਿੰਦੇ ਹਨ। ਬਲਰਾਜ ਦੀਆਂ ਇਹ ਗੱਲਾਂ ਦਾ ਸੁਣ ਕੇ ਵਰਿੰਦਰ ਬਹੁਤ ਹੈਰਾਨ ਹੋਇਆ ਤੇ ਬੋਲਿਆ, ਤੂੰ ਭਾਬੀ ਨੂੰ ਸਮਝਾਉਂਦਾ ਕਿਉਂ ਨਹੀਂ? ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਉਸਦੇ ਸਿਰ 'ਤੇ ਅਲੱਗ ਹੋਣ ਦਾ ਭੂਤ ਸਵਾਰ ਸੀ ਅਤੇ ਉਹ ਕਿਸੇ ਹਾਲਤ ਵਿੱਚ ਵੀ ਮੰਨਣ ਨੂੰ ਤਿਆਰ ਨਹੀਂ। ਇਹ ਗੱਲ ਤਾਂ ਮੈਨੂੰ ਬਾਅਦ ਵਿੱਚ ਪਤਾ ਚੱਲੀ ਕਿ ਇਹ ਸਭ ਕੀਤਾ ਕਰਾਇਆ ਉਸਦੇ ਮਾਂ-ਬਾਪ ਦਾ ਹੈ। ਉਹਨਾਂ ਨੇ ਸੰਦੀਪ ਦੇ ਮਨ ਵਿੱਚ ਮੇਰੀ ਮੰਮੀ ਪਾਪਾ ਦੇ ਖਿਲਾਫ ਪਹਿਲਾਂ ਹੀ ਜ਼ਹਿਰ ਭਰ ਦਿੱਤਾ ਸੀ ਤਾਂ ਕਿ ਉਹਨਾਂ ਦੀ ਬੇਟੀ ਸਾਨੂੰ ਆਪਣੇ ਨਾਲ ਰੱਖ ਸਕੇ। ਆਪਣੇ ਮੁੰਡੇ ਅਤੇ ਨੂੰਹ ਦੇ ਨਾਲ ਉਹਨਾਂ ਦੀ ਬਿਲਕੁਲ ਵੀ ਨਹੀਂ ਬਣਦੀ, ਇਸ ਲਈ ਸਾਡੇ ਨਾਲ ਆ ਕੇ ਰਹਿੰਦੇ ਆ। ਜੇ ਮੈਂ ਕੁਝ ਕਹਿੰਦਾ ਹਾਂ ਤਾਂ ਸੰਦੀਪ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰ ਬਲਰਾਜ, ਕੀ ਤੇਰਾ ਆਪਣੀ ਮਾਂ ਦੇ ਨਾਲ ਰਹਿਣ ਦਾ ਦਿਲ ਨਹੀਂ ਕਰਦਾ? ਹਾਂ ਯਾਰ, ਦਿਲ ਤਾਂ ਬਹੁਤ ਕਰਦਾ ਹੈ, ਪਰ ਫਿਰ ਵੀ ਇਹ ਸੋਚਦਾ ਹਾਂ ਕਿ ਮੈਂ ਮਾਂ ਨੂੰ ਆਪਣੇ ਘਰ ਵਿੱਚ ਲੈ ਆਇਆ ਤਾਂ ਇਹ ਲੋਕ ਉਸ ਨੂੰ ਨੌਕਰਾਨੀ ਬਣਾ ਕੇ ਰੱਖ ਦੇਣਗੇ। ਜਦੋਂ ਮੇਰਾ ਮੁੰਡਾ ਹੋਇਆ ਸੀ ਤਾਂ ਮੇਰੀ ਮਾਂ ਨੂੰ ਬਹੁਤ ਖੁਸ਼ੀ ਹੋਈ ਸੀ। ਉਹ ਹਸਪਤਾਲ ਮੁੰਡੇ ਨੂੰ ਵੇਖਣ ਆਈ, ਪਰ ਹਸਪਤਾਲ ਮੇਰੀ ਪਤਨੀ ਅਤੇ ਸੱਸ ਨੇ ਉਸ ਦੇ ਨਾਲ ਬਹੁਤ ਦੁਰਵਿਹਾਰ ਕੀਤਾ। ਇਸ ਲਈ ਮੈਂ ਆਪਣੀ ਮਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਤੇ ਉਸ ਦਿਨ ਤੋਂ ਬਾਅਦ ਮੈਂ ਆਪਣੀ ਮਾਂ ਨਾਲ ਨਹੀਂ ਮਿਲ ਸਕਿਆ। ਬਹੁਤ ਸ਼ਰਮ ਮਹਿਸੂਸ ਹੁੰਦੀ ਹੈ ਮੈਨੂੰ। ਮਾਂ ਨੇ ਮੇਰੇ ਲਈ ਕੀ ਕੁਝ ਨਹੀਂ ਕੀਤਾ ਤੇ ਮੇਰੀ ਪਤਨੀ ਨੂੰ ਇਸ ਗੱਲ ਦਾ ਬਿਲਕੁਲ ਵੀ ਫਰਕ ਨਹੀਂ ਪੈਂਦਾ ਕਿ ਮੇਰੀ ਖੁਸ਼ੀ ਕਿਸ ਚੀਜ਼ ਵਿੱਚ ਹੈ। ਨਹੀਂ ਬਲਰਾਜ, ਗਲਤੀ ਤੇਰੀ ਹੈ। ਕਦੋਂ ਤੱਕ ਤੂੰ ਆਪਣੀ ਪਤਨੀ ਦੇ ਇਸ਼ਾਰਿਆਂ 'ਤੇ ਚੱਲਦਾ ਰਹੇਂਗਾ ਤੇ ਸਹੀ ਵਕਤ ਦਾ ਇੰਤਜ਼ਾਰ ਕਰਦਾ ਰਹੇਂਗਾ, ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰਦਾ ਰਹੇਂਗਾ? ਚੁੱਪ ਰਹਿਣ ਦੀ ਬਜਾਏ ਹਾਲਾਤ ਨੂੰ ਬਦਲਣ ਦੀ ਤਾਕਤ ਰੱਖ। ਸਭ ਕੁਝ ਤੇਰੇ ਹੱਥ ਵਿੱਚ ਹੈ। ਮੇਰੀ ਗੱਲ ਮੰਨ ਅਤੇ ਤੂੰ ਹੁਣੇ ਜਾ ਕੇ ਆਂਟੀ ਦੇ ਕੋਲ ਜਾ, ਤੇ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਆਪਣੇ ਮੁੰਡੇ ਦੀ ਇੱਕ ਝਲਕ ਪਾਉਣ ਲਈ ਉਹ ਤਰਸਦੀ ਹੈ। ਤੇਰੀ ਮਾਂ ਤੈਨੂੰ ਦੇਖਦੇ ਹੀ ਉਹ ਸਭ ਕੁਝ ਭੁੱਲ ਕੇ ਆਪਣੇ ਗਲੇ ਲਗਾ ਲਏਗੀ। ਆਪਣੇ ਦੋਸਤ ਦੀ ਇਹ ਗੱਲ ਬਲਰਾਜ ਨੂੰ ਸਹੀ ਲੱਗੀ। ਉਹ ਉਸ ਟਾਈਮ ਹੀ ਆਫਿਸ ਵਿੱਚੋਂ ਛੁੱਟੀ ਲੈ ਕੇ ਆਪਣੀ ਮਾਂ ਨੂੰ ਮਿਲਣ ਚਲਾ ਗਿਆ, ਪਰ ਜਿਵੇਂ ਹੀ ਘਰ ਦੇ ਬਾਹਰ ਪਹੁੰਚਿਆ ਤਾਂ ਉਸਨੂੰ ਬਹੁਤ ਦੁੱਖ ਮਹਿਸੂਸ ਹੋਣ ਲੱਗਿਆ ਕਿ ਉਸ ਦੇ ਕਾਰਨ ਹੀ ਅੱਜ ਸਭ ਕੁਝ ਤਬਾਹ ਹੋ ਗਿਆ ਹੈ। ਉਸਨੇ ਭਰੀਆਂ ਅੱਖਾਂ ਨਾਲ ਜਦੋਂ ਘਰ ਦੇ ਅੰਦਰ ਪੈਰ ਰੱਖਿਆ ਤਾਂ ਸਾਹਮਣੇ ਦੇਖਿਆ ਕਿ ਉਸਦੀ ਮਾਂ 2 ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਕੋਲ ਲੈ ਕੇ ਬੈਠੀ ਸੀ ਅਤੇ ਉਹਨਾਂ ਦੇ ਨਾਲ ਪਿਆਰ ਭਰੀਆਂ ਗੱਲਾਂ ਕਰ ਰਹੀ ਸੀ। ਇਹ ਦ੍ਰਿਸ਼ ਦੇਖ ਕੇ ਬਲਰਾਜ ਦੇ ਦਿਮਾਗ ਵਿੱਚ
ਆਪਣੇ ਬਚਪਨ ਦੀ ਤਸਵੀਰ ਘੁੰਮਣ ਲੱਗ ਗਈ। ਇੰਨੇ ਪਿਆਰ ਨਾਲ ਮੇਰੀ ਮਾਂ ਮੇਰੇ ਨਾਲ ਗੱਲਾਂ ਕਰਦੀ ਹੁੰਦੀ ਸੀ। ਅਤੇ ਸਰਬਜੀਤ ਕੌਰ ਬਲਰਾਜ ਨੂੰ ਦੇਖਦੇ ਹੀ ਅਚਾਨਕ ਰੁਕ ਗਈ। ਬਲਰਾਜ ਨੇ ਅੱਗੇ ਵੱਧ ਕੇ ਆਪਣੀ ਮਾਂ ਦੇ ਪੈਰੀ ਹੱਥ ਲਾਏ ਤੇ ਸਰਬਜੀਤ ਨੇ ਉਸ ਨੂੰ ਆਪਣੇ ਗਲੇ ਲਗਾ ਲਿਆ ਤੇ ਦੋਨੇ ਰੋਣ ਲੱਗ ਪਏ। ਫਿਰ ਕੁਝ ਦੇਰ ਰੁਕ ਕੇ ਬੋਲੀ, ਅੱਜ ਇੰਨੇ ਦਿਨਾਂ ਬਾਅਦ ਆਪਣੀ ਮਾਂ ਦੀ ਯਾਦ ਆ ਗਈ? ਤਾਂ ਬਲਰਾਜ ਰੋਂਦੇ ਹੋਏ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਲਿਆ ਅਤੇ ਬੋਲਿਆ, ਮਾਂ, ਮੇਰੇ ਇੱਕ ਗਲਤ ਫੈਸਲੇ ਨੇ ਆਪਣੇ ਸਭ ਦੀਆਂ ਖੁਸ਼ੀਆਂ ਖਤਮ ਕਰ ਦਿੱਤੀਆਂ ਅਤੇ ਹੁਣ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਸਿਰ 'ਤੇ ਬਹੁਤ ਵੱਡਾ ਬੋਝ ਬਣ ਗਿਆ ਹੈ, ਜਿਸ ਵਿੱਚੋਂ ਨਿਕਲਣ ਦਾ ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ। ਬੇਟਾ, ਇਹ ਬੋਝ ਤੂੰ ਖੁਦ ਬਣਾਇਆ ਹੈ। ਸਾਡਾ ਇੱਕ ਗਲਤ ਫੈਸਲਾ ਪੂਰੀ ਜ਼ਿੰਦਗੀ ਦੀਆਂ ਖੁਸ਼ੀਆਂ ਉੱਤੇ ਭਾਰੀ ਪੈ ਜਾਂਦਾ ਹੈ। ਪਰ ਬੇਟਾ, ਕੋਈ ਵੀ ਅਜਿਹਾ ਫੈਸਲਾ ਨਾ ਲਈ ਜਿਸ ਨਾਲ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਖਰਾਬ ਹੋ ਜਾਵੇ। ਬਸ ਹੌਲੀ ਹੌਲੀ ਆਪਣੀ ਪਤਨੀ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾ। ਮੈਨੂੰ ਆਪਣੀ ਪਰਵਰਿਸ਼ 'ਤੇ ਪੂਰਾ ਭਰੋਸਾ ਸੀ। ਮੈਂ ਜਾਣਦੀ ਸੀ ਕਿ ਇੱਕ ਦਿਨ ਮੇਰਾ ਪਿਆਰ ਤੈਨੂੰ ਜ਼ਰੂਰ ਖਿੱਚ ਕੇ ਲੈ ਕੇ ਆਵੇਗਾ ਅਤੇ ਇਸ ਪਿਆਰ ਅਤੇ ਸਮਝਦਾਰੀ ਵਿੱਚ ਤੂੰ ਆਪਣੀ ਪਤਨੀ ਨੂੰ ਸੰਭਾਲ ਲੈਣਾ। ਪਰ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਸ ਨਾਲ ਤੁਹਾਡੇ ਦੋਨਾਂ ਦੇ ਰਿਸ਼ਤੇ ਵਿੱਚ ਦਰਾਰ ਆਏ। ਤੂੰ ਠੀਕ ਕਹਿ ਰਹੀ ਹੈ ਮਾਂ। ਸੱਚਮੁੱਚ ਤੇਰਾ ਦਿਲ ਕਿੰਨਾ ਵੱਡਾ ਹੈ। ਸਭ ਲਈ ਤੇਰੇ ਦਿਲ ਵਿੱਚ ਪਿਆਰ ਭਰਿਆ ਹੋਇਆ ਹੈ। ਅੱਜ ਤੇਰੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ। ਮੇਰਾ ਮਨ ਵੀ ਹਲਕਾ ਹੋ ਗਿਆ। ਪਰ ਮਾਂ, ਇਹ ਬੱਚੇ ਕੌਣ ਹਨ? ਬੇਟਾ, ਤੇਰੇ ਜਾਣ ਤੋਂ ਬਾਅਦ ਮੈਨੂੰ ਬਹੁਤ ਇਕੱਲਾਪਨ ਮਹਿਸੂਸ ਹੁੰਦਾ ਸੀ ਤੇ ਘਰ ਖਾਣ ਨੂੰ ਆਉਂਦਾ ਸੀ। ਇਸ ਲਈ ਮੈਂ ਘਰ ਵਿੱਚ ਡੀ ਕੇਅਰ ਖੋਲ੍ਹ ਲਿਆ ਤੇ ਕੱਲ੍ਹ ਤੋਂ ਸ਼ੁਰੂਆਤ ਕੀਤੀ ਹੈ। ਅਜੇ ਕੇਵਲ 2 ਬੱਚੇ ਹੀ ਆਏ ਹਨ, ਪਰ ਸੱਚ ਕਹਾਂ ਤਾਂ ਇੰਨੇ ਭੋਲੇ ਭਾਲੇ ਬੱਚਿਆਂ ਦੇ ਨਾਲ ਦਿਨ ਕਿਵੇਂ ਗੁਜ਼ਰ ਜਾਂਦਾ ਪਤਾ ਹੀ ਨਹੀਂ ਚੱਲਦਾ। ਇਹ ਗੱਲ ਸੁਣ ਕੇ ਬਲਰਾਜ ਨੂੰ ਬਹੁਤ ਖੁਸ਼ੀ ਹੋਈ ਤੇ ਬੋਲਿਆ, ਫਿਰ ਘਰ ਦੇ ਬਾਹਰ ਇੱਕ ਚੰਗਾ ਜਿਹਾ ਬੋਰਡ ਲਗਵਾ ਦਿੰਦਾ ਹਾਂ ਅਤੇ ਇਹਨਾਂ ਬੱਚਿਆਂ ਦਾ ਦਿਲ ਬਹਿਲਾਉਣ ਲਈ ਇੱਥੇ ਬਹੁਤ ਵਧੀਆ ਖਿਡੌਣੇ ਮੰਗਵਾ ਦਿੰਦਾ ਹਾਂ। ਬੇਟੇ ਦਾ ਇਹ ਉਤਸ਼ਾਹ ਦੇਖ ਕੇ ਸਰਬਜੀਤ ਮੁਸਕਰਾ ਪਈ। ਸ਼ਾਮ ਤੱਕ ਬਲਰਾਜ ਨੇ ਸਾਰਾ ਇੰਤਜ਼ਾਮ ਕਰ ਦਿੱਤਾ ਅਤੇ ਰਾਤ ਨੂੰ ਆਪਣੇ ਘਰ ਚਲਾ ਗਿਆ। ਸੰਦੀਪ ਬਹੁਤ ਨਿਰਾਸ਼ ਹੋ ਕੇ ਬੈਠੀ ਸੀ ਅਤੇ ਉਸ ਦਾ ਬੇਟਾ ਗੁਰਜੋਤ ਕੋਲ ਖੇਡ ਰਿਹਾ ਸੀ। ਕਿਸੇ ਨਾਲ ਕੋਈ ਗੱਲ ਨਾ ਕਰਦੇ ਹੋਏ ਬਲਰਾਜ ਨੇ ਆਪਣੇ ਮੁੰਡੇ ਨੂੰ ਉਠਾਇਆ ਅਤੇ ਉਸ ਦੇ ਨਾਲ ਖੇਡਣ ਲੱਗ ਗਿਆ। ਤਾਂ ਸੰਦੀਪ ਗੁੱਸੇ ਵਿੱਚ ਬੋਲੀ, ਤੇਰੇ ਕਹਿਣ 'ਤੇ ਮੈਂ ਆਪਣੇ ਬੌਸ ਨੂੰ ਫੋਨ ਕਰ ਦਿੱਤਾ। ਮੈਂ ਸੋਮਵਾਰ ਤੋਂ ਆਫਿਸ ਜਾਊਂਗੀ। ਪਰ ਬਲਰਾਜ, ਤੈਨੂੰ ਮੇਰੇ ਮੰਮੀ ਪਾਪਾ ਦੇ ਲਈ ਇਹ ਕੁਝ ਨਹੀਂ ਬੋਲਣਾ ਚਾਹੀਦਾ ਸੀ। ਸੌਰੀ ਸੰਦੀਪ, ਖਰਚ ਵੱਧ ਜਾਣ ਕਰਕੇ ਥੋੜ੍ਹਾ ਬਜਟ ਉੱਤੇ ਹੇਠਾਂ ਹੋ ਗਿਆ ਸੀ, ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਸੀ ਅਤੇ ਕੁਝ ਅਨਾਬ ਸ਼ਨਾਬ ਬੋਲ ਗਿਆ। ਅੱਛਾ, ਮੈਂ ਬਹੁਤ ਥੱਕ ਗਿਆ। ਤੂੰ ਮੇਰੇ ਲਈ ਇੱਕ ਕੱਪ ਚਾਹ ਬਣਾ ਦੇ। ਜਦੋਂ ਸੰਦੀਪ ਰਸੋਈ ਵਿੱਚ ਗਈ ਤਾਂ ਉਸਦੇ ਮੰਮੀ ਪਾਪਾ ਵੀ ਸੋਫੇ ਉੱਤੇ ਆ ਕੇ ਬੈਠ ਗਏ। ਮੰਮੀ ਪਾਪਾ ਵੀ ਸੋਫੇ ਉੱਤੇ ਆ ਕੇ ਬੈਠ ਕੇ ਕਹਿਣ ਲੱਗੇ, ਸਾਡਾ ਮੁੰਡਾ ਤੇ ਨੂੰਹ ਚੰਗੇ ਹੁੰਦੇ ਤਾਂ ਅਸੀਂ ਤੇਰੇ ਘਰ ਆ ਕੇ ਕਦੀ ਨਾ ਰਹਿੰਦੇ। ਸਾਡੀ ਨੂੰਹ ਚੰਗੀ ਨਹੀਂ ਮਿਲੀ, ਇਸ ਕਰਕੇ ਬੇਟੀ 'ਤੇ ਭਰੋਸਾ ਸੀ, ਇਸ ਲਈ ਅਸੀਂ ਇੱਥੇ ਆ ਗਏ। ਬਲਰਾਜ ਬਹੁਤ ਹੀ ਵਿਅੰਗ ਭਰੀ ਆਵਾਜ਼ ਵਿੱਚ ਬੋਲਿਆ, ਮੰਮੀ ਜੀ, ਤੁਸੀਂ ਤਾਂ ਫਿਰ ਵੀ ਬਹੁਤ ਕਿਸਮਤ ਵਾਲੇ ਹੋ ਕਿ ਮੁੰਡਾ ਨਹੀਂ ਤਾਂ ਕਮ ਸੇ ਕਮ ਕੁੜੀ ਤਾਂ ਹੈ ਤੁਹਾਡਾ ਖਿਆਲ ਰੱਖਣ ਲਈ। ਮੇਰੀ ਮਾਂ ਦਾ ਸੋਚੋ, ਜਿਨ੍ਹਾਂ ਦਾ ਇਕਲੌਤਾ ਮੁੰਡਾ ਕੇਵਲ ਆਪਣੀ ਪਤਨੀ ਦੀ ਜਿੱਦ ਦੇ ਕਾਰਨ ਅਲੱਗ ਹੋ ਗਿਆ। ਕਾਸ਼ ਮੇਰੀ ਵੀ ਕੋਈ ਭੈਣ ਹੁੰਦੀ। ਮੇਰੀ ਮਾਂ ਇਸ ਸਮੇਂ ਮੇਰੀ ਮਾਂ ਦਾ ਖਿਆਲ ਰੱਖਦੀ। ਸੰਦੀਪ, ਮੇਰੀ ਚਾਹ ਕਮਰੇ ਵਿੱਚ ਦੇ ਦੇਣਾ ਅਤੇ ਮੇਰੇ ਲਈ ਖਾਣਾ ਨਾ ਬਣਾਉਣਾ, ਮੈਨੂੰ ਭੁੱਖ ਨਹੀਂ। ਇਹ ਕਹਿ ਕੇ ਬਲਰਾਜ ਆਪਣੇ ਕਮਰੇ ਵਿੱਚ ਚਲਾ ਗਿਆ। ਬਲਰਾਜ ਦੀਆਂ ਇਹ ਗੱਲਾਂ ਸੁਣ ਕੇ ਸੰਦੀਪ ਦੀ ਮਾਂ ਬਹੁਤ ਹੈਰਾਨ ਹੋਈ। ਅਗਲੇ ਦਿਨ ਸੁਬਾਹ ਬਲਰਾਜ ਦੇ ਆਫਿਸ ਜਾਣ ਤੋਂ ਬਾਅਦ ਸੰਦੀਪ ਦੇ ਮਾਂ-ਬਾਪ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਹੁਣ ਇੱਥੇ ਜ਼ਿਆਦਾ ਦਿਨ ਨਹੀਂ ਰਹਿ ਸਕਦੇ, ਅੱਜ ਹੀ ਆਪਣੇ ਘਰ ਚਲੇ ਜਾਣਗੇ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸੰਦੀਪ ਬੋਲੀ, ਨਹੀਂ ਮੰਮੀ, ਮੈਂ ਇਹ ਹਰਗਿਜ਼ ਨਹੀਂ ਹੋਣ ਦਊਂਗੀ। ਵੈਸੇ ਵੀ ਵੀਰ ਜੀ ਭਾਬੀ ਤੋਂ ਇਲਾਵਾ ਕਿਸੇ ਹੋਰ ਦੀ ਸੁਣਦੇ ਨਹੀਂ ਅਤੇ ਉੱਥੇ ਜਾ ਕੇ ਤੁਹਾਨੂੰ ਭਾਬੀ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਇਹ ਮੈਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਤਾਂ ਸੰਦੀਪ ਦਾ ਪਾਪਾ ਬੋਲਿਆ, ਨਹੀਂ ਬੇਟਾ, ਤੇਰਾ ਭਰਾ ਭਾਬੀ ਇੰਨੇ ਵੀ ਬੁਰੇ ਨਹੀਂ ਜਿੰਨਾ ਤੇਰੀ ਮਾਂ ਦੱਸਦੀ ਹੈ। ਤੇਰੀ ਮਾਂ ਦੇ ਸਾਹਮਣੇ ਬੋਲਣ ਦੀ
ਤੇਰੀ ਭਾਬੀ ਦੀ ਹਿੰਮਤ ਹੀ ਕਿੱਥੇ ਹੈ। ਛੋਟੀਆਂ ਮੋਟੀਆਂ ਗੱਲਾਂ ਕਿਸ ਘਰ ਵਿੱਚ ਨਹੀਂ ਹੁੰਦੀਆਂ। ਹੁਣ ਸਾਡਾ ਘਰ ਜਾਣਾ ਹੀ ਠੀਕ ਰਹੇਗਾ। ਪਰ ਮੰਮੀ, ਮੈਂ ਤਾਂ ਨੌਕਰੀ ਸ਼ੁਰੂ ਕਰਨ ਲੱਗੀ ਹਾਂ ਤੇ ਸਾਡੇ ਬੱਚੇ ਨੂੰ ਕੌਣ ਸੰਭਾਲੇਗਾ? ਸੰਦੀਪ ਨੇ ਕਿਹਾ ਤਾਂ ਉਸ ਦੀ ਮਾਂ ਬੋਲੀ ਕਿ ਇਹ ਤੁਹਾਡੀ ਆਪਣੀ ਸਿਰਦਰਦੀ ਹੈ, ਪਰ ਹੁਣ ਅਸੀਂ ਆਪਣਾ ਮਨ ਬਣਾ ਚੁੱਕੇ ਹਾਂ, ਇਸ ਲਈ ਹੁਣ ਅਗਲੇ ਸੋਮਵਾਰ ਅਸੀਂ ਇੱਥੇ ਨਹੀਂ ਰਹਾਂਗੇ। ਤੇ ਅਗਲੇ ਸੋਮਵਾਰ ਸੰਦੀਪ ਨੇ ਆਫਿਸ ਜੁਆਇਨ ਕੀਤਾ ਤਾਂ ਆਪਣੇ ਮੁੰਡੇ ਨੂੰ ਆਪਣੀ ਮਾਂ ਦੇ ਘਰ ਛੱਡ ਦਿੱਤਾ। ਉਸ ਦੀ ਮਾਂ ਦਾ ਘਰ ਉਸ ਦੇ ਘਰ ਤੋਂ ਕਾਫੀ ਦੂਰ ਪੈਂਦਾ ਸੀ, ਇਸ ਲਈ ਰੋਜ਼-ਰੋਜ਼ ਮੁੰਡੇ ਨੂੰ ਲੈ ਕੇ ਜਾਣਾ ਅਤੇ ਛੱਡ ਕੇ ਆਉਣਾ ਸੰਭਵ ਨਹੀਂ ਸੀ। ਆਪਣੇ ਮੁੰਡੇ ਤੋਂ ਬਿਨਾਂ ਸੰਦੀਪ ਨੇ ਬੜੀ ਮੁਸ਼ਕਿਲ ਨਾਲ 5 ਦਿਨ ਕੱਢੇ ਅਤੇ ਸ਼ੁੱਕਰਵਾਰ ਸ਼ਾਮ ਨੂੰ ਬਲਰਾਜ ਨੂੰ ਬੋਲੀ, ਗੁਰਜੋਤ ਤੋਂ ਬਿਨਾਂ ਤਾਂ ਆਪਣਾ ਘਰ ਸੁੰਨਾ ਜਿਹਾ ਹੋ ਗਿਆ ਹੈ। ਮੇਰੀ 2 ਦਿਨ ਦੀ ਛੁੱਟੀ ਹੈ ਤਾਂ ਗੁਰਜੋਤ ਨੂੰ ਘਰ ਲੈ ਆਉਂਦੀ ਹਾਂ। ਤਾਂ ਬਲਰਾਜ ਮੁਸਕਰਾਉਂਦੇ ਹੋਏ ਬੜੀ ਸਹਿਜਤਾ ਨਾਲ ਬੋਲਿਆ, ਵੈਸੇ ਵੀ ਵੱਡਾ ਹੋ ਕੇ ਉਸਨੇ ਆਪਣੀ ਅਲੱਗ ਹੀ ਜ਼ਿੰਦਗੀ ਬਤੀਤ ਕਰਨੀ ਹੈ, ਤਾਂ ਫਿਰ ਆਪਣੇ ਦਿਲ ਨੂੰ ਹੁਣ ਤੋਂ ਹੀ ਮਜ਼ਬੂਤ ਕਰ ਲਓ, ਨਹੀਂ ਤਾਂ ਮੇਰੀ ਮਾਂ ਦੀ ਤਰ੍ਹਾਂ ਰੋਣਾ ਹੀ ਪਏਗਾ। ਬਲਰਾਜ ਦੀ ਇਸ ਗੱਲ ਨੇ ਸੰਦੀਪ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਇੱਕ ਗਹਿਰੀ ਸੋਚ ਵਿੱਚ ਡੁੱਬ ਗਈ। ਸ਼ਾਮ ਨੂੰ ਜਾ ਕੇ ਉਹ ਦੋਨੋਂ ਆਪਣੇ ਬੇਟੇ ਨੂੰ ਆਪਣੇ ਕੋਲ ਲੈ ਆਏ ਅਤੇ 2 ਦਿਨ ਕਿਵੇਂ ਨਿਕਲ ਗਏ ਉਹਨਾਂ ਨੂੰ ਪਤਾ ਹੀ ਨਾ ਚੱਲਿਆ। ਅਗਲੇ ਦਿਨ ਸੋਮਵਾਰ ਸੀ ਅਤੇ ਸੰਦੀਪ ਵਾਪਸ ਆਪਣੇ ਮੁੰਡੇ ਨੂੰ ਅਲੱਗ ਹੋਣ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਕੁਝ ਸੋਚਾਂ ਵਿੱਚ ਪੈ ਗਈ। ਫਿਰ ਬਲਰਾਜ ਨੂੰ ਬੋਲੀ, ਸੁਣੋ, ਤੁਹਾਡੀ ਮਾਂ ਗੁਰਜੋਤ ਨੂੰ ਸੰਭਾਲ ਲਏਗੀ। ਇਹ ਸੁਣ ਕੇ ਬਲਰਾਜ ਨੇ ਆਪਣੀ ਹੈਰਾਨੀ ਨਾਲ ਸੰਦੀਪ ਨੂੰ ਦੇਖਿਆ ਤੇ ਬੋਲਿਆ, ਕੀ ਤੂੰ ਹੁਣ ਇਹ ਕੀ ਕਹਿ ਰਹੀ ਹੈ ਕਿ ਅਸੀਂ ਗੁਰਜੋਤ ਨੂੰ ਉਸਦੀ ਦਾਦੀ ਦੇ ਕੋਲ ਛੱਡ ਆਈਏ? ਤਾਂ ਮਾਂ ਜੀ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ? ਤਾਂ ਬਲਰਾਜ ਮੁਸਕਰਾਉਂਦੇ ਹੋਏ ਕਹਿਣ ਲੱਗਿਆ, ਪਰੇਸ਼ਾਨੀ ਕਿਉਂ ਹੋਏਗੀ? ਉਹਨਾਂ ਨੇ ਤਾਂ ਘਰ ਵਿੱਚ ਹੀ ਬੱਚਿਆਂ ਲਈ ਡੀ ਕੇਅਰ ਖੋਲ੍ਹਿਆ ਹੈ। ਅੱਛਾ, ਉਹਨਾਂ ਦਾ ਘਰ ਤਾਂ ਕੋਲ ਹੀ ਹੈ। ਅਸੀਂ ਰੋਜ਼ ਸ਼ਾਮ ਨੂੰ ਆਪਣੇ ਬੇਟੇ ਨੂੰ ਵਾਪਸ ਲੈ ਆਇਆ ਕਰਾਂਗੇ, ਫਿਰ ਅਸੀਂ ਜ਼ਿਆਦਾ ਦਿਨ ਉਸ ਤੋਂ ਦੂਰ ਨਹੀਂ ਰਵਾਂਗੇ। ਸੰਦੀਪ ਦੇ ਇਹ ਕਹਿਣ 'ਤੇ ਬਲਰਾਜ ਨੇ ਆਪਣੀ ਮਾਂ ਨੂੰ ਫੋਨ ਕਰ ਦਿੱਤਾ ਅਤੇ ਸਰਬਜੀਤ ਖੁਸ਼ੀ ਨਾਲ ਝੂਮ ਉੱਠੀ ਅਤੇ ਬੋਲੀ, ਇਹ ਕੋਈ ਪੁੱਛਣ ਵਾਲੀ ਗੱਲ ਹੈ? ਇਸ ਗੱਲ ਦੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਸ ਰਾਤ ਸੰਦੀਪ ਅਤੇ ਬਲਰਾਜ ਦੋਨਾਂ ਨੂੰ ਸਕੂਨ ਭਰੀ ਨੀਂਦ ਆਈ ਤੇ ਸਰਬਜੀਤ ਤਾਂ ਖੁਸ਼ੀ ਦੇ ਮਾਰੇ ਸੌਂ ਹੀ ਨਾ ਪਾਈ। ਅਗਲੇ ਦਿਨ ਗੱਡੀ ਦਾ ਹਾਰਨ ਵੱਜਿਆ ਤਾਂ ਸਰਬਜੀਤ ਦੌੜਦੀ ਹੋਈ ਗੇਟ 'ਤੇ ਆਈ। ਲਓ ਮਾਂ ਜੀ, ਸੰਭਾਲ ਲਓ ਆਪਣੇ ਪੋਤਰੇ ਨੂੰ, ਗੁਰਜੋਤ ਨੂੰ ਫੜਾਉਂਦੀ ਹੋਈ ਬਲਰਾਜ ਬੋਲਿਆ ਅਤੇ ਆਪਣੇ ਆਫਿਸ ਚਲਾ ਗਿਆ। ਇੱਧਰ ਸੰਦੀਪ ਨੂੰ ਵੀ ਰਾਹਤ ਮਹਿਸੂਸ ਹੋ ਰਹੀ ਸੀ। ਕੁਝ ਹੀ ਦਿਨਾਂ ਵਿੱਚ ਗੁਰਜੋਤ ਆਪਣੀ ਦਾਦੀ ਨਾਲ ਘੁਲ ਮਿਲ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਰਹਿੰਦਾ ਹੋਇਆ ਵੀ ਦਾਦੀ ਦੇ ਕੋਲ ਜਾਣ ਦੀ ਜਿੱਦ ਕਰਨ ਲੱਗਾ। ਸੰਦੀਪ ਇਹ ਦੇਖ ਕੇ ਹੈਰਾਨ ਸੀ ਕਿ ਦਾਦੀ ਦੇ ਕੋਲ ਰਹਿੰਦੇ ਹੋਏ ਉਹ ਚੰਗੀਆਂ ਗੱਲਾਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜਿਵੇਂ ਵੱਡਿਆਂ ਦੇ ਪੈਰੀ ਹੱਥ ਲਾਉਣਾ ਤੇ ਖਾਣ ਤੋਂ ਲੈ ਕੇ ਪਾਠ ਕਰਨਾ ਆਦਿ। ਫਿਰ ਇੱਕ ਦਿਨ ਬਲਰਾਜ ਨੇ ਸੰਦੀਪ ਨੂੰ ਕਿਹਾ ਉਸਦੇ ਆਪਣੇ ਆਫਿਸ ਦੇ ਕੰਮ ਲਈ ਕੁਝ ਦਿਨਾਂ ਲਈ ਦੂਸਰੇ ਸ਼ਹਿਰ ਜਾਣਾ ਹੈ। ਤਾਂ ਸੰਦੀਪ ਦੇ ਸਾਹਮਣੇ ਇਹ ਸਮੱਸਿਆ ਖੜੀ ਹੋ ਗਈ ਕਿ ਉਹ ਗੁਰਜੋਤ ਨੂੰ ਦਾਦੀ ਦੇ ਕੋਲ ਕਿਵੇਂ ਛੱਡ ਕੇ ਆਏਗੀ, ਕਿਉਂਕਿ ਉਹ ਡਰਾਈਵਿੰਗ ਵੀ ਨਹੀਂ ਜਾਣਦੀ ਸੀ ਅਤੇ ਇੰਨੇ ਦਿਨਾਂ ਦੀ ਛੁੱਟੀ ਮਿਲਣਾ ਬਹੁਤ ਮੁਸ਼ਕਿਲ ਸੀ। ਫਿਰ ਬਲਰਾਜ ਬੋਲਿਆ ਕਿ ਤੂੰ 1 ਹਫ਼ਤੇ ਦੇ ਲਈ ਮੰਮੀ ਦੇ ਕੋਲ ਚਲੀ ਜਾ। ਸੰਦੀਪ ਸੋਚਣ ਲੱਗੀ ਅਤੇ ਫਿਰ ਬੋਲੀ, ਠੀਕ ਹੈ, ਜਿਵੇਂ ਤੂੰ ਕਹਿੰਦਾ ਹੈ। ਮੈਂ ਆਪਣਾ ਸਮਾਨ ਪੈਕ ਕਰ ਲੈਂਦੀ ਹਾਂ ਤੇ ਅੱਜ ਸ਼ਾਮ ਨੂੰ ਹੀ ਉੱਥੇ ਚਲੀ ਜਾਊਂਗੀ। ਤੁਸੀਂ ਸਵੇਰੇ ਉੱਥੋਂ ਹੀ ਚਲੇ ਜਾਣਾ। ਸੰਦੀਪ ਦੀ ਇਹ ਗੱਲ ਸੁਣ ਕੇ ਬਲਰਾਜ ਨੇ ਉਸ ਨੂੰ ਗਲੇ ਲਗਾ ਲਿਆ ਤੇ ਸ਼ਾਮ ਨੂੰ ਉਹ ਆਪਣੀ ਮਾਂ ਦੇ ਘਰ ਪਹੁੰਚ ਗਏ। ਅਚਾਨਕ ਉਹਨਾਂ ਨੂੰ ਦੇਖ ਕੇ ਸਰਬਜੀਤ ਕੌਰ ਵੀ ਹੈਰਾਨ ਹੋਈ ਤੇ ਖੁਸ਼ ਵੀ ਹੋਈ। ਸੰਦੀਪ ਕਹਿੰਦੀ, ਮਾਂ, ਮੈਂ ਕੁਝ ਦਿਨਾਂ ਲਈ ਇੱਥੇ ਰਹਿ ਸਕਦੀ ਹਾਂ? ਸਰਬਜੀਤ ਨੇ ਕਿਹਾ, ਇਸ ਵਿੱਚ ਪੁੱਛਣ ਦੀ ਕਿਹੜੀ ਗੱਲ ਹੈ? ਇਹ ਘਰ ਤੇਰਾ ਹੈ ਤੇ ਤੂੰ ਕੁਝ ਦਿਨ ਕਿਉਂ, ਜਿੰਨੇ ਦਿਨ ਮਰਜ਼ੀ ਇੱਥੇ ਰਹਿ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਲਈ ਇੰਨਾ ਪਿਆਰ ਦੇਖ ਕੇ ਸੰਦੀਪ ਬਹੁਤ ਪ੍ਰਭਾਵਿਤ ਹੋਈ ਅਤੇ ਸਰਬਜੀਤ ਨੇ ਬੜੇ ਪਿਆਰ ਦੇ ਨਾਲ ਸਭ ਲਈ ਖਾਣਾ ਬਣਾਇਆ। ਅੱਜ ਬਹੁਤ ਦਿਨਾਂ ਬਾਅਦ ਪੂਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾ ਰਿਹਾ ਸੀ ਅਤੇ ਸਰਬਜੀਤ ਦੇ ਚਿਹਰੇ 'ਤੇ ਅਲੱਗ ਹੀ ਖੁਸ਼ੀ ਸੀ। 2-3 ਦਿਨ ਉੱਥੇ ਰਹਿ ਕੇ ਸੰਦੀਪ ਸੋਚਣ ਲੱਗ ਗਈ
ਕਿ ਜਿਵੇਂ ਮੇਰੀ ਮਾਂ ਨੇ ਕਿਹਾ ਸੀ, ਮੇਰੀ ਸੱਸ ਤਾਂ ਉਸ ਦੇ ਬਿਲਕੁਲ ਹੀ ਉਲਟ ਹੈ। ਉਸ ਨੂੰ ਯਾਦ ਆਉਣ ਲੱਗਿਆ ਕਿ ਉਸ ਦੀ ਮਾਂ ਨੇ ਉਸ ਦਾ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਸਿਖਾ ਦਿੱਤਾ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਆਪਣੀ ਮੁੱਠੀ ਵਿੱਚ ਕਰ ਲੈਣਾ। ਤੇਰੀ ਸੱਸ ਬਹੁਤ ਚਲਾਕ ਹੈ, ਤੂੰ ਉਹਨਾਂ ਲੋਕਾਂ ਨੂੰ ਚੈਨ ਨਾਲ ਨਹੀਂ ਰਹਿਣ ਦੇਣਾ। ਮੇਰੀ ਕੁੜੀ ਕਿਸੇ ਨੂੰ ਦੀ ਨੌਕਰ ਬਣ ਕੇ ਨਹੀਂ ਰਹਿ ਸਕਦੀ। ਅੱਜ ਉਸ ਨੂੰ ਇਹ ਸਮਝ ਆ ਰਹੀ ਸੀ ਕਿ ਉਹ ਕਿੰਨੀ ਗਲਤ ਸੀ। ਹੁਣ ਉਹ ਆਪਣੀ ਸੱਸ ਦੇ ਨਾਲ ਕੰਮਾਂ ਵਿੱਚ ਹੱਥ ਵਟਾਉਣ ਲੱਗੀ ਤੇ 5 ਦਿਨ ਬਾਅਦ ਬਲਰਾਜ ਵਾਪਸ ਆ ਗਿਆ। ਸੰਦੀਪ ਉਸ ਦੇ ਨਾਲ ਆਪਣੇ ਘਰ ਵਾਪਸੀ ਚਲੀ ਗਈ। ਕਿਤੇ ਨਾ ਕਿਤੇ ਸੰਦੀਪ ਸਰਬਜੀਤ ਦੇ ਨਾਲ ਇਕੱਠੇ ਰਹੇ ਪਲਾਂ ਨੂੰ ਯਾਦ ਕਰ ਰਹੀ ਸੀ। ਇੱਕ ਦਿਨ ਐਤਵਾਰ ਨੂੰ ਸੰਦੀਪ ਨੂੰ ਉਸ ਦੀ ਮਾਂ ਦਾ ਫੋਨ ਆਇਆ ਤੇ ਕਿਹਾ, ਬੇਟਾ ਅੱਜ ਐਤਵਾਰ ਹੈ, ਤੁਸੀਂ ਸਾਨੂੰ ਮਿਲ ਜਾਓ। ਮਿਲਿਆਂ ਨੂੰ ਬਹੁਤ ਦਿਨ ਹੋ ਗਏ। ਅੱਜ ਸਾਡੇ ਘਰ ਆਓ ਅਤੇ ਸਾਰਾ ਦਿਨ ਇੱਥੇ ਹੀ ਰਹਿਣਾ। ਨਹੀਂ ਮੰਮੀ ਜੀ, ਅੱਜ ਅਸੀਂ ਨਹੀਂ ਆ ਸਕਦੇ। ਕਿਉਂ, ਕੀ ਹੋ ਗਿਆ? ਬਸ ਅੱਜ ਸਾਡਾ ਕੋਈ ਹੋਰ ਹੀ ਪਲਾਨ ਹੈ। ਅੱਜ ਦਾ ਦਿਨ ਮੈਂ ਆਪਣੀ ਸੱਸ ਦੇ ਨਾਲ ਬਿਤਾਉਣਾ ਚਾਹੁੰਦੀ ਹਾਂ, ਸੰਦੀਪ ਨੇ ਬੋਲਿਆ ਤੇ ਉਸ ਦੀ ਮਾਂ ਇਹ ਸੁਣ ਕੇ ਦੰਗ ਰਹਿ ਗਈ। ਇੱਧਰ ਦਾੜੀ ਬਣਾਉਂਦੇ ਹੋਏ ਬਲਰਾਜ ਵੀ ਅਚਾਨਕ ਚੌਂਕ ਗਿਆ, ਜਿਸ ਕਾਰਨ ਉਸ ਦੀ ਗੱਲ ਤੇ ਕੱਟ ਲੱਗ ਗਿਆ ਅਤੇ ਉਸ ਤੋਂ ਪਹਿਲਾਂ ਉਸ ਦੀ ਮਾਂ ਕੁਝ ਬੋਲਦੀ ਸੰਦੀਪ ਨੇ ਫੋਨ ਰੱਖ ਦਿੱਤਾ। ਇੱਧਰ ਬਲਰਾਜ ਲਗਾਤਾਰ ਸੰਦੀਪ ਨੂੰ ਦੇਖੀ ਜਾ ਰਿਹਾ ਸੀ ਤੇ ਫਿਰ ਬੋਲਿਆ, ਅੱਜ ਤੂੰ ਆਪਣੀ ਮਾਂ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ? ਹਾਂ ਬਲਰਾਜ, ਤੂੰ ਨਹੀਂ ਜਾਣਦਾ ਕਿ ਅੱਜ ਦਾ ਦਿਨ ਕਿੰਨਾ ਖਾਸ ਹੈ। ਅੱਛਾ, ਤਾਂ ਜਲਦੀ ਨਹਾ ਕੇ ਆਓ ਅਤੇ ਬਾਕੀ ਦੀ ਤਿਆਰੀ ਕਰਦੇ ਹਾਂ। ਥੋੜ੍ਹੀ ਦੇਰ ਬਾਅਦ ਅਸੀਂ ਮਾਂ ਜੀ ਦੇ ਕੋਲ ਚੱਲਾਂਗੇ। ਅਤੇ ਇਹ ਕਹਿੰਦੇ ਹੋਏ ਸੰਦੀਪ ਰਸੋਈ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ ਉਹ ਸਰਬਜੀਤ ਦੇ ਘਰ ਪਹੁੰਚ ਗਏ। ਜਿਵੇਂ ਸਰਬਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਸੰਦੀਪ ਬੋਲੀ, ਜਨਮ ਦਿਨ ਮੁਬਾਰਕ ਹੋ ਮਾਂ ਜੀ। ਇੰਨਾ ਸੁਣਨ ਦੀ ਦੇਰ ਸੀ ਕਿ ਸਰਬਜੀਤ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਇੱਧਰ ਬਲਰਾਜ ਹੱਕਾ ਬੱਕਾ ਖੜਾ ਸੀ, ਕਿਉਂਕਿ ਉਸ ਨੂੰ ਤਾਂ ਯਾਦ ਹੀ ਨਹੀਂ ਸੀ ਉਸ ਦੀ ਮਾਂ ਦਾ ਜਨਮ ਦਿਨ ਹੈ ਅੱਜ। ਸੰਦੀਪ ਆਪਣੇ ਹੱਥਾਂ ਨਾਲ ਕੇਕ ਬਣਾ ਕੇ ਲਿਆਈ ਸੀ। ਸਭ ਮਿਲ ਕੇ ਬੜੀ ਖੁਸ਼ੀ ਨਾਲ ਸਰਬਜੀਤ ਦਾ ਜਨਮ ਦਿਨ ਮਨਾਇਆ ਅਤੇ ਸੰਦੀਪ ਬੋਲੀ, ਮਾਂ ਜੀ, ਜਨਮ ਦਿਨ ਤਾਂ ਤੁਹਾਡਾ ਹੈ, ਪਰ ਤੁਹਾਨੂੰ ਕੁਝ ਦੇਣ ਦੀ ਬਜਾਏ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦੀ ਹਾਂ। ਮਾਂ ਜੀ, ਕੀ ਤੁਸੀਂ ਮੇਰੀਆਂ ਗਲਤੀਆਂ ਨੂੰ ਮਾफ़ ਕਰ ਸਕਦੇ ਹੋ? ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ। ਇਹ ਕਹਿੰਦੇ ਹੋਏ ਸੰਦੀਪ ਉਸ ਦੇ ਪੈਰਾਂ 'ਤੇ ਡਿੱਗ ਗਈ। ਸਰਬਜੀਤ ਨੇ ਉਸ ਨੂੰ ਉਠਾ ਕੇ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਉਹ ਬੋਲੀ, ਬੇਟਾ, ਜੋ ਕੁਝ ਹੋ ਗਿਆ ਉਸ ਨੂੰ ਭੁੱਲ ਜਾਓ। ਤੁਸੀਂ ਮੇਰੇ ਕੋਲ ਆਏ, ਬਸ ਇਹੀ ਬਹੁਤ ਹੈ। ਨਹੀਂ ਮਾਂ ਜੀ, ਇੰਨਾ ਬਹੁਤ ਨਹੀਂ। ਹੁਣ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ, ਸੰਦੀਪ ਰੋਂਦੇ ਹੋਏ ਬੋਲੀ। ਤਾਂ ਸਰਬਜੀਤ ਨੂੰ ਜਿਵੇਂ ਦੁਨੀਆ ਦੀ ਸਾਰੀ ਖੁਸ਼ੀ ਮਿਲ ਗਈ ਹੋਵੇ। ਇੰਨੇ ਸਮੇਂ ਬਾਅਦ ਸਰਬਜੀਤ ਦੇ ਘਰ ਹੱਸਣ ਦੀ ਆਵਾਜ਼ ਆਈ ਸੀ। ਉਸ ਦੇ ਘਰ ਵਾਪਸ ਖੁਸ਼ੀਆਂ ਦਾ ਗੁਲਜ਼ਾਰ ਹੋ ਚੁੱਕਾ ਸੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ, ਕਮੈਂਟ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।